ਗੁੱਡ ਮਾਰਨਿੰਗ ਸਟੂਡੈਂਟਸ, ਪੰਜਾਬੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਬੇਟਾ ਆਪਾਂ ਸਿਰਜਣਾ ਇਕਾਂਗੀ ਇੱਥੇ ਤੱਕ ਪੜ੍ਹੀ ਸੀ। ਬੀਜੀ ਜੋ ਸਿਰਜਣਾ ਦੀ ਸੱਸ ਹੈ, ਉਹ ਸਿਰਜਣਾ ਨੂੰ ਕਹਿੰਦੀ ਹੈ ਕਿ ਉਹਨੂੰ ਆਪਣੀ ਜ਼ਮੀਨ ਜਾਇਦਾਦ ਲਈ ਵਾਰਸ ਚਾਹੀਦਾ ਹੈ, ਭਾਵ ਮੁੰਡਾ ਚਾਹੀਦਾ ਹੈ, ਪੁੱਤਰ ਹੋਣਾ ਚਾਹੀਦਾ ਉਹਦੇ ਘਰ, ਨਹੀਂ ਤਾਂ ਉਹ ਇਹ ਘਰ ਛੱਡ ਕੇ ਜਾ ਸਕਦੀ ਹੈ। ਇਸ ਗੱਲ 'ਤੇ ਸਿਰਜਣਾ ਦਾ ਮਨ ਭਰ ਆਉਂਦਾ ਹੈ, ਉਹ ਬਹੁਤ ਦੁਖੀ ਹੁੰਦੀ ਹੈ, ਰੋ ਪੈਂਦੀ ਹੈ। ਬੀਜੀ ਗੁੱਸੇ ਨਾਲ ਉੱਥੋਂ ਚਲੀ ਜਾਂਦੀ ਹੈ। ਇੰਨੇ ਨੂੰ ਡਾਕਟਰ ਆ ਜਾਂਦੀ ਹੈ। ਆਓ ਇਹ ਇਕਾਂਗੀ ਅੱਗੇ ਪੜ੍ਹਦੇ ਹਾਂ। ਡਾਕਟਰ ਹੈਲੋ ਬੈਠਦੀ ਹੋਈ, ਸੌਰੀ ਤੁਹਾਨੂੰ ਵੇਟ ਕਰਨੀ ਪਈ। ਸਕੈਨਿੰਗ ਲਈ ਆਏ ਹੋ? ਤੁਸੀਂ ਜਾਂਚ ਕਰਵਾਉਣ ਲਈ ਆਏ ਹੋ? ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੋਈ, ਜੀ ਡਾਕਟਰ ਸਾਹਿਬ, ਸਵੇਰੇ ਫੋਨ 'ਤੇ ਗੱਲ ਹੋਈ ਸੀ ਤੁਹਾਡੇ ਨਾਲ। ਡਾਕਟਰ ਹਾਂ ਮੈਨੂੰ ਯਾਦ ਹੈ, ਪਰ ਮੈਨੂੰ ਇੱਕ ਗੱਲ ਦੱਸੋ ਸਿਰਜਣਾ ਜੀ, ਤੁਸੀਂ ਪੜ੍ਹੇ ਲਿਖੇ ਹੋ। ਜੇ ਤੁਸੀਂ ਪੜ੍ਹੇ ਲਿਖੇ ਲੋਕ ਵੀ ਇੱਦਾਂ ਫਰਕ ਕਰਨ ਲੱਗ ਪਏ ਕੁੜੀ ਮੁੰਡੇ ਵਿੱਚ, ਤਾਂ ਸਾਡੀ ਸੁਸਾਇਟੀ ਦਾ ਕੀ ਬਣੇਗਾ? ਸਿਰਜਣਾ ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ ਡਾਕਟਰ ਸਾਹਿਬ। ਡਾਕਟਰ ਮੇਰਾ ਪ੍ਰੋਫੈਸ਼ਨ ਇਹ ਤਾਂ ਨਹੀਂ ਕਿ ਮੈਂ ਮੁੰਡੇ ਕੁੜੀ ਵਿੱਚ ਭੇਦ ਕਰਦੀ ਹਾਂ। ਸਿਰਜਣਾ ਤੁਸੀਂ ਸਮਝਾ ਸਕਦੇ ਹੋ ਲੋਕਾਂ ਨੂੰ। ਡਾਕਟਰ ਕੌਣ ਸਮਝਦਾ ਹੈ? ਹੁਣ ਮੈਂ ਤੁਹਾਨੂੰ ਕਹਾਂ ਇਹ ਗਲਤ ਹੈ, ਨਾ ਕਰੋ ਇਹ ਕੰਮ, ਤੁਸੀਂ ਮੰਨ ਲਓਗੇ? ਤੁਸੀਂ ਵੀ ਤਾਂ ਪੜ੍ਹੇ ਲਿਖੇ ਹੋ। ਡਾਕਟਰ ਕਹਿੰਦੀ ਹੈ, ਆਪਣਾ ਪਕਸ਼ ਰੱਖਦੀ ਹੋਈ ਸਿਰਜਣਾ ਦੇ ਸਾਹਮਣੇ ਕਹਿੰਦੀ ਹੈ ਕਿ ਭਰੂਣ ਹੱਤਿਆ ਲਈ ਜੇ ਅਸੀਂ ਸਮਝਾਉਣੇ ਵੀ ਹਾਂ ਤਾਂ ਸਾਡੀ ਗੱਲ ਨੂੰ ਕੋਈ ਵੀ ਨਹੀਂ ਸਮਝਦਾ। ਸਿਰਜਣਾ ਉਦਾਸ ਹੋ ਜਾਂਦੀ ਹੈ। ਮੇਰੀ ਕੋਈ ਮਜਬੂਰੀ ਵੀ ਹੋ ਸਕਦੀ ਹੈ। ਡਾਕਟਰ ਮੁਸਕਰਾਉਂਦੀ ਹੋਈ, ਅਜਿਹਾ ਹੀ ਹੁੰਦਾ ਹੈ ਮਿਸਿਸ ਸਿਰਜਣਾ, ਅਨਪੜ੍ਹ ਲੋਕ ਤਾਂ ਸੋਚਦੇ ਵੀ ਨਹੀਂ ਅਜਿਹਾ ਕੰਮ ਕਰਵਾਉਣ ਲੱਗਿਆਂ। ਪੜ੍ਹੇ ਲਿਖੇ ਲੋਕ ਸੋਚਦੇ ਤਾਂ ਬਹੁਤ ਨੇ, ਪਰ ਪਤਾ ਨਹੀਂ ਕਿਉਂ ਉਹ ਅਕਸਰ ਮਜਬੂਰ ਹੁੰਦੇ ਨੇ, ਉਹਨਾਂ ਦੀ ਕੋਈ ਨਾ ਕੋਈ ਮਜਬੂਰੀ ਹੁੰਦੀ ਹੈ। ਦੁਚਿੱਤੀ ਵਿੱਚ ਪਈ ਸਿਰਜਣਾ ਪਰੇਸ਼ਾਨ ਹੋ ਜਾਂਦੀ ਹੈ। ਦੁਚਿੱਤੀ ਦੁਵਿਧਾ ਵਿੱਚ ਪਈ ਪਰੇਸ਼ਾਨ ਹੋ ਜਾਂਦੀ ਹੈ। ਫਿਰ ਇੱਕ ਵਾਰ ਹੌਸਲਾ ਕਰਕੇ ਕੁਲਦੀਪ ਨੂੰ, ਆਪਣੇ ਪਤੀ ਨੂੰ ਫੋਨ ਕਰਦੀ ਹੈ। ਫੋਨ 'ਤੇ ਦੀਪ ਦੀ ਆਵਾਜ਼ ਆਉਂਦੀ ਹੈ। ਆਵਾਜ਼ ਉਸਦੇ ਪਤੀ ਦੀ ਹੈ। ਹੈਲੋ ਸਿਰਜਣਾ, ਹੈਲੋ ਦੀਪ, ਮੈਂ ਸਿਰਜਣਾ। ਆਵਾਜ਼, ਹਾਂ ਸਿਰਜਣਾ, ਕੀ ਹੋਇਆ? ਆਇਆ ਕੋਈ ਰਿਜ਼ਲਟ? ਸਕੈਨਿੰਗ ਹੋ ਗਈ, ਉਹਦਾ ਪਤਾ ਲੱਗਿਆ ਕੁਝ? ਸਿਰਜਣਾ, ਨਹੀਂ ਦੀਪ, ਪਰ ਦੀਪ ਬੀਜੀ ਜੋ ਕਰ ਰਹੇ ਨੇ ਮੈਨੂੰ ਲੱਗਦਾ ਸਭ ਗਲਤ ਹੈ। ਆਵਾਜ਼, ਕੀ ਠੀਕ ਹੈ ਅਤੇ ਕੀ ਗਲਤ ਹੈ? ਬੀਜੀ ਤੇਰੇ ਨਾਲੋਂ ਜ਼ਿਆਦਾ ਜਾਣਦੇ ਹਨ। ਸਿਰਜਣਾ, ਦੁਨੀਆ ਦੇਖੀ ਹੋਈ ਹੈ ਉਹਨਾਂ ਸਾਰੀ। ਸਿਰਜਣਾ, ਸਿਰਫ ਬਾਹਰ ਦੀ ਦੁਨੀਆ ਦੀਪ, ਪਰ ਇਹ ਜੋ ਕੁਝ ਵਾਪਰ ਰਿਹਾ ਹੈ ਬਾਹਰ ਦੀ ਦੁਨੀਆ ਵਿੱਚ ਨਹੀਂ, ਮੇਰੇ ਅੰਦਰ ਦੀ ਦੁਨੀਆ ਵਿੱਚ ਵਾਪਰ ਰਿਹਾ ਹੈ। ਜਦੋਂ ਦੀ ਮੇਰੀ ਕੁੱਖ ਅੰਦਰ ਉਹ ਕਰੁੰਬਲ ਫੁੱਟੀ ਹੈ, ਤੁਸੀਂ ਸੋਚ ਵੀ ਨਹੀਂ ਸਕਦੇ ਮੈਨੂੰ ਕਿੰਨਾ ਚੰਗਾ ਲੱਗ ਰਿਹਾ ਹੈ। ਮੈਨੂੰ ਲੱਗਦਾ ਮੈਂ ਇੱਕ ਸਿਰਜਣਾ ਕਰ ਰਹੀ ਹਾਂ। ਮੈਨੂੰ ਆਪਣੇ ਔਰਤ ਹੋਣ ਦੇ ਅਰਥ ਮਹਿਸੂਸ ਹੋ ਰਹੇ ਹਨ। ਤਾਂ ਸਿਰਜਣਾ ਦੀਪ ਨੂੰ ਸਮਝਾਉਣੀ ਚਾਹੁੰਦੀ ਹੈ ਕਿ ਬੀਜੀ ਸਿਰਫ ਦੁਨੀਆ ਨੂੰ ਦੇਖ ਰਹੇ ਹਨ, ਪਰ ਮੈਂ ਆਪਣੇ ਅੰਦਰ ਦੀ ਆਵਾਜ਼ ਸੁਣ ਰਹੀ ਹਾਂ। ਜੋ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਜੇ ਮੈਂ ਇਸ ਕੁੜੀ ਨੂੰ ਜਨਮ ਦੇਵਾਂਗੀ, ਜੋ ਕੁੜੀ ਮੈਂ ਜਨਮ ਦੇਣ ਵਾਲੀ ਹਾਂ, ਉਹਦੇ ਬਾਰੇ ਸੋਚ ਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਮੈਂ ਇੱਕ ਸਿਰਜਣਾ, ਇੱਕ ਨਿਰਮਾਣ ਕਰ ਰਹੀ ਹਾਂ, ਅਤੇ ਮੈਨੂੰ ਆਪਣੇ ਆਪ 'ਤੇ ਮਾਣ ਵੀ ਮਹਿਸੂਸ ਹੋ ਰਿਹਾ ਹੈ। ਔਰਤ ਹੋਣ ਦਾ ਅਰਥ ਮੈਨੂੰ ਹੁਣੇ ਹੀ ਸਮਝ ਆਇਆ ਹੈ ਮਾਂ ਬਣਨ ਤੋਂ ਬਾਅਦ। ਆਵਾਜ਼, ਲਓ ਹੋ ਗਈ ਸ਼ੁਰੂ ਫਿਰ ਉਹੀ ਕਵਿਤਾ। ਗੱਲ ਤਾਂ ਸਿਰਫ ਇੰਨੀ ਕੁ ਹੈ ਸਿਰਜਣਾ ਕਿ ਤੈਨੂੰ ਆਦਤ ਹੈ ਹਰ ਗੱਲ ਨੂੰ ਮਨ 'ਤੇ ਲਾਉਣ ਦੀ, ਇਸੇ ਲਈ ਤੂੰ ਨਿੱਕੀ ਜਿਹੀ ਗੱਲ ਨੂੰ ਮਨ 'ਤੇ ਲਾ ਕੇ ਬਹਿ ਗਈ। ਸਿਰਜਣਾ, ਪਰ ਕਿਸੇ ਕੋਲੋਂ ਦੁਨੀਆ ਵਿੱਚ ਆਉਣ ਦਾ ਹੱਕ ਖੋਹ ਲੈਣਾ ਸਿਰਫ ਇਸੇ ਕਰਕੇ ਕਿ ਉਹ ਲੜਕੀ ਹੈ, ਇਹ ਕੋਈ ਨਿੱਕੀ ਗੱਲ ਤਾਂ ਨਹੀਂ। ਦੀਪ, ਉਹ ਆਪਣੇ ਘਰ ਲੱਗੇ ਆਪਣਾ ਪਕਸ਼ ਰੱਖਦੀ ਹੈ।
ਕਿ ਕੁੜੀਆਂ ਨੂੰ ਕੁੱਖ ਵਿੱਚ ਇਸੇ ਕਰਕੇ ਮਾਰਿਆ ਜਾਂਦਾ ਕਿਉਂਕਿ ਉਹ ਕੁੜੀਆਂ ਹਨ। ਕਿਸੇ ਨੂੰ ਦੁਨੀਆ ਵਿੱਚ ਆਉਣ ਹੀ ਨਾ ਦਿੱਤਾ ਜਾਣਾ ਕਿੰਨਾ ਵੱਡਾ ਗੁਨਾਹ ਹੈ, ਆਵਾਜ਼। ਪਰ ਸਾਡੇ ਇੱਕ ਲੜਕੀ ਪਹਿਲਾਂ ਹੀ ਹੈ ਸਿਰਜਣਾ। ਬੀਜੀ ਦੀ ਟੈਨਸ਼ਨ ਬਿਲਕੁਲ ਜਾਇਜ਼ ਹੈ। ਐਨੀ ਜਾਇਦਾਦ ਹੈ, ਕੌਣ ਸਾਂਭੇਗਾ ਮੁੜ ਕੇ ਇਸ ਨੂੰ? ਮੈਨੂੰ ਪਤਾ ਹੈ ਸਿਰਜਣਾ ਕਿ ਇਹ ਠੀਕ ਨਹੀਂ ਹੈ, ਪਰ ਇਹ ਇੱਕ ਪ੍ਰੋਪਰਟੀ ਕਲਚਰ ਹੈ। ਇਹ ਇਸ ਵਿੱਚ ਇੰਝ ਹੀ ਹੁੰਦਾ ਹੈ। ਸੋ ਬੀਜੀ ਜਿਵੇਂ ਕਹਿੰਦੇ ਨੇ ਤੂੰ ਉਵੇਂ ਕਰ ਲੈ। ਮੇਰੀ ਦਫ਼ਤਰ ਵਿੱਚ ਬਹੁਤ ਜ਼ਰੂਰੀ ਮੀਟਿੰਗ ਚੱਲ ਰਹੀ ਹੈ, ਆਪਾਂ ਬਾਅਦ ਵਿੱਚ ਇਸ ਬਾਰੇ ਗੱਲ ਕਰਾਂਗੇ। ਸਿਰਜਣਾ ਦਾ ਘਰ ਵਾਲਾ ਉਹਨੂੰ ਸਮਝਾਉਂਦਾ ਹੈ ਕਿ ਸਾਡੇ ਸਮਾਜ ਵਿੱਚ ਇਹ ਇਸੇ ਤਰ੍ਹਾਂ ਹੀ ਹੁੰਦਾ ਹੈ। ਜੋ ਪ੍ਰੋਪਰਟੀ ਕਲਚਰ ਹੈ ਨਾ, ਇਹਦੇ ਵਿੱਚ ਪ੍ਰੋਪਰਟੀ ਨੂੰ ਸੰਭਾਲਣ ਵਾਲੇ ਵਾਰਿਸ ਦੀ ਜ਼ਰੂਰਤ ਹੁੰਦੀ ਹੈ। ਅਤੇ ਮੈਨੂੰ ਆਪਣਾ ਜੇ ਪਰਸਨਲ ਮੇਰੇ ਵਿਊਜ਼ ਦੇਖੋ ਤਾਂ ਮੈਨੂੰ ਠੀਕ ਨਹੀਂ ਲੱਗਦਾ, ਪਰ ਬੀਜੀ ਦੇ ਪੁਆਇੰਟ ਆਫ ਵਿਊ ਨਾਲ ਇਹ ਠੀਕ ਹੈ। ਚਲੋ ਆਪਾਂ ਬਾਅਦ ਵਿੱਚ ਗੱਲ ਕਰਾਂਗੇ। ਫੋਨ ਕੱਟ ਦਿੰਦਾ ਹੈ। ਸਿਰਜਣਾ ਬੁਰੀ ਤਰ੍ਹਾਂ ਨਿਰਾਸ਼ ਹੋ ਰਹੀ ਹੈ। ਮਾਸੀ ਆਉਂਦੀ ਹੈ ਜਿਹੜੀ ਸਫਾਈ ਸੇਵਕਾ ਹੈ, ਉਸਨੇ ਸਿਰਜਣਾ ਦੀਆਂ ਗੱਲਾਂ ਸੁਣ ਲਈਆਂ। ਮਾਸੀ ਰੱਤਾ ਉਦਾਸੀ ਨਾਲ ਥੋੜ੍ਹੀ ਜਿਹੀ ਉਦਾਸ ਹੋ ਕੇ, ਆਹੀ ਗੱਲ ਪਸੰਦ ਨਹੀਂ ਬੀਬੀ ਰਾਣੀਏ। ਧੀ ਰਾਣੀ, ਮੈਨੂੰ ਇਹ ਗੱਲ ਪਸੰਦ ਨਹੀਂ। ਸਾਡੇ ਵੇਲੇ ਚੰਗੇ ਸੀ। ਆਹ ਨਾਮੁਰਾਦ ਮਸ਼ੀਨਾਂ ਤਾਂ ਨਹੀਂ ਸੀ। ਇਹ ਨਾਮੁਰਾਦ ਜਿਸ ਤੋਂ ਕੋਈ ਮੁਰਾਦ ਨਾ ਹੋਵੇ, ਕੋਈ ਆਸ ਨਾ ਹੋਵੇ, ਉਦੋਂ ਇਹ ਮਸ਼ੀਨਾਂ ਨਹੀਂ ਸਨ ਹੁੰਦੀਆਂ। ਲੋਕ ਭਾਵੇਂ ਔਖੇ ਹੋ ਕੇ ਰੱਖਦੇ, ਭਾਵੇਂ ਸੌਖੇ, ਪਾਲ ਤਾਂ ਲੈਂਦੇ ਸੀ ਧੀਆਂ ਨੂੰ, ਭਾਵੇਂ 3 ਹੁੰਦੀਆਂ ਭਾਵੇਂ 5। ਹੁਣ ਤਾਂ ਇੱਕ ਧੀ ਤੋਂ ਬਾਅਦ ਦੂਜੀ ਭਾਰ ਲੱਗਣ ਲੱਗ ਪੈਂਦੀ ਹੈ। ਹਮਦਰਦੀ ਪਰ ਹੈਰਾਨੀ ਵਿੱਚ ਸਿਰਜਣਾ ਕੋਲ ਆਉਂਦੀ ਹੈ। ਉਸਨੂੰ ਸਿਰਜਣਾ ਨਾਲ ਹਮਦਰਦੀ ਹੈ, ਪਰ ਹੈਰਾਨੀ ਵੀ ਹੁੰਦੀ ਹੈ। ਉਹ ਉਸਨੂੰ ਜਦੋਂ ਇਹ ਗੱਲ ਕਹਿੰਦੀ ਹੈ ਕਿ ਸਾਡਾ ਵੇਲਾ ਜਿਹੜਾ ਭਲਾ ਸੀ, ਮਤਲਬ ਚੰਗਾ ਸੀ, ਨਾ ਮਸ਼ੀਨਾਂ ਸੀ, ਨਾ ਟੈਸਟ ਹੁੰਦਾ ਸੀ, ਨਾ ਕੋਈ 2 ਹੋਣ 3 ਹੋਣ ਭਾਵੇਂ 5 ਹੋਣ ਧੀਆਂ, ਔਖੇ ਸੌਖੇ ਲੋਕ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਸਨ। ਤੇਰਾ ਘਰ ਵਾਲਾ ਹੀ ਇਹੀ ਕਹਿੰਦਾ ਹੁਣ। ਚੱਲ ਫਿਰ ਤੂੰ ਕਾਹਨੂੰ ਮਨ 'ਤੇ ਬੋਝ ਰੱਖਦੀ ਹੈ ਜੇ ਉਹ ਨਹੀਂ ਸੋਚਦਾ। ਸਿਰਜਣਾ, ਮੈਂ ਕਿਉਂ ਨਾ ਸੋਚਾਂ ਮਾਸੀ। ਮੇਰੇ ਸੀਨੇ ਵਿੱਚ ਦਿਲ ਧੜਕਦਾ ਹੈ, ਜਿਸ ਵਿੱਚੋਂ ਇੱਕ ਨਹੀਂ 2 ਆਵਾਜ਼ਾਂ ਸੁਣਦੀਆਂ ਨੇ ਮੈਨੂੰ। ਮੇਰੀ ਹੀ ਜ਼ੁਬਾਨ ਆਵਾਜ਼ਾਂ ਮਾਰਦੀ ਹੈ ਮੈਨੂੰ। ਮੇਰੀ ਅੰਤਰ-ਆਤਮਾ ਮੈਨੂੰ ਆਵਾਜ਼ ਦਿੰਦੀ ਹੈ। ਅੰਦਰੋਂ ਅੰਦਰੀ ਕੋਈ ਛੂੰਹਦਾ ਹੈ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੈਨੂੰ। ਅਤੇ ਮੇਰੀ ਅੰਤਰ-ਆਤਮਾ ਦੀ ਆਵਾਜ਼ ਨਾਲ ਜੋ ਮੇਰੇ ਅੰਦਰ ਧੀ ਹੈ ਜਾਂ ਜੋ ਬੱਚਾ ਹੈ, ਉਹ ਮੈਨੂੰ ਛੂਹ ਰਿਹਾ ਹੈ ਛੋਟੇ ਛੋਟੇ ਹੱਥਾਂ ਨਾਲ। ਅਤੇ ਮੈਨੂੰ ਆਪਦੇ ਨਾਲ ਨਾਲ ਉਸਦੀ ਆਵਾਜ਼ ਸੁਣਾਈ ਦਿੰਦੀ ਹੈ। ਅਤੇ ਮੈਂ ਇਸ ਬਾਰੇ ਕਿਉਂ ਨਾ ਸੋਚਾਂ ਫਿਰ। ਮਾਸੀ, ਸਿਰਫ ਕੁਝ ਮਿੰਟਾਂ ਦੀ ਗੱਲ ਹੈ ਧੀਏ, ਅਤੇ ਫਿਰ ਸਭ ਠੀਕ ਹੋ ਜਾਏਗਾ। ਸਿਰਜਣਾ ਉੱਚੀ ਉੱਚੀ ਰੋਂਦੀ ਹੈ। ਰੋਣ ਦੀ ਆਵਾਜ਼ ਸੁਣ ਕੇ ਡਾਕਟਰ ਅਤੇ ਦੋਵੇਂ ਨਰਸਾਂ ਵੀ ਦੌੜੀਆਂ ਆਉਂਦੀਆਂ ਹਨ, ਭੱਜੀਆਂ ਆਉਂਦੀਆਂ ਹਨ। ਡਾਕਟਰ, ਕੀ ਹੋਇਆ ਮਾਸੀ? ਸਿਰਜਣਾ, ਨਹੀਂ ਹੋਣਾ ਡਾਕਟਰ ਸਾਹਿਬ, ਮੈਥੋਂ ਇਹ ਨਹੀਂ ਹੋਣਾ। ਡਾਕਟਰ, ਨਹੀਂ ਹੋਣ ਦਾ ਕੀ ਮਤਲਬ? ਅਜਿਹਾ ਕੁਝ ਇੱਥੇ ਹੁੰਦਾ ਹੀ ਨਹੀਂ। ਸਿਰਜਣਾ ਮਨ 'ਤੇ ਇਹ ਟੈਨਸ਼ਨ ਲੈ ਕੇ ਬੈਠੀ ਹੈ ਕਿ ਅਗਰ ਲੜਕੀ ਹੋਈ ਤਾਂ ਉਹਨੂੰ ਕੁੱਖ ਵਿੱਚ ਮਾਰ ਦਿੱਤਾ ਜਾਏਗਾ। ਪਰ ਡਾਕਟਰ ਉਹਨੂੰ ਆਪਣੀ ਗੱਲ ਦੱਸਦੀ ਹੈ ਕਿ ਮੈਂ ਅਜਿਹਾ ਕੁਛ ਨਹੀਂ ਕਰਨਾ, ਇੱਥੇ ਕੁਝ ਵੀ ਨਹੀਂ ਹੁੰਦਾ। ਬੀਜੀ, ਹੋਏਗਾ ਕਿਵੇਂ ਨਹੀਂ ਡਾਕਟਰ ਸਾਹਿਬ, ਜ਼ਰੂਰ ਹੋਏਗਾ। ਸਿਰਜਣਾ ਦੀ ਸੱਸ ਕਹਿੰਦੀ ਹੈ, ਕਿਉਂ ਨਹੀਂ ਹੁੰਦਾ, ਜ਼ਰੂਰ ਹੋਏਗਾ। ਡਾਕਟਰ, ਤੁਹਾਨੂੰ ਕਿਹਾ ਨਾ ਮੈਂ ਅਜਿਹਾ ਨਹੀਂ ਕਰਦੀ। ਮਤਲਬ ਪਹਿਲੀ ਗੱਲ ਤਾਂ ਅਸੀਂ ਇੱਥੇ ਸਕੈਨਿੰਗ ਹੀ ਨਹੀਂ ਕਰਦੇ ਕਿ ਜਿਹਦੇ ਵਿੱਚ ਅਲਟਰਾਸਾਊਂਡ 'ਚ ਪਤਾ ਚੱਲੇ ਲੜਕਾ ਹੈ ਜਾਂ ਲੜਕੀ ਹੈ। ਦੂਜਾ, ਜੇ ਹੋਏ ਵੀ ਤਾਂ ਅਸੀਂ ਕੋਈ ਪਾਪ ਨਹੀਂ ਕਰਦੇ। ਪਰ ਬੀਜੀ ਉਹਨੂੰ ਕਹਿੰਦੀ ਹੈ ਕਿ ਤੁਸੀਂ ਸਕੈਨ ਕਰੋਗੇ। ਡਾਕਟਰ, ਤੁਹਾਨੂੰ ਕਿਹਾ ਮੈਂ ਅਜਿਹਾ ਨਹੀਂ ਕਰਦੀ। ਬੀਜੀ, ਡਾਕਟਰ ਸਾਹਿਬ, ਸਾਡੀ ਵੀ ਲੋੜ ਆ, ਕੋਈ ਸਾਡੀ ਜ਼ਰੂਰਤ ਹੈ। ਮਾਸੀ, ਲੋੜ ਤਾਂ ਉਸਦੀ ਵੀ ਹੈ। ਮਾਸੀ ਆਪਣਾ ਪਕਸ਼ ਰੱਖਦੀ ਹੈ, ਜਿਹੜੀ ਸਫਾਈ ਸੇਵਿਕਾ ਹੈ, ਕਿ ਲੋੜ ਤਾਂ ਜੋ ਅਣਜੰਮੀ ਧੀ ਹੈ ਉਸਦੀ ਵੀ ਹੈ ਦੁਨੀਆ ਵਿੱਚ। ਬੀਜੀ, ਠੀਕ ਆ ਫਿਰ
ਤੁਰ ਜੋ, ਜੇ ਪਿਓ ਦੇ ਘਰ ਤੇ ਪੁਗਾ ਲਏ ਲੋੜ ਜਿੰਨੇ ਵਾਰੀ ਜੀ ਕਰਦਾ, ਸਾਡੇ ਘਰ ਤਾਂ ਸਾਡੀ ਲੋੜ ਹੀ ਪੁੱਗੂਗੀ। ਤਾਂ ਬੀਜੀ ਸਪਸ਼ਟ ਸ਼ਬਦਾਂ ਵਿੱਚ ਕਹਿੰਦੇ ਹੈ ਕਿ ਜੇ ਇਸ ਨੂੰ ਧੀ ਦੀ ਜ਼ਰੂਰਤ ਹੈ, ਦੂਸਰੀ ਧੀ ਦੀ, ਤਾਂ ਆਪਣੇ ਪਿਓ ਦੇ ਘਰ ਚਲੀ ਜਾਵੇ, ਪੁਗਾ ਲਏ, ਉੱਥੇ ਆਪਣੀ ਜ਼ਿੱਦ ਪੂਰੀ ਕਰ ਲਏ, ਜਿੰਨੇ ਵਾਰੀ ਮਰਜ਼ੀ ਕਰ ਲਏ। ਸਾਡੇ ਘਰ ਜੋ ਸਾਡੀ ਜ਼ਰੂਰਤ ਹੈ, ਸਾਨੂੰ ਲੜਕਾ ਚਾਹੀਦਾ ਹੈ, ਸਾਡੇ ਘਰ ਤਾਂ ਉਹੀ ਜ਼ਰੂਰਤ ਪੂਰੀ ਹੋਏਗੀ। ਸਿਰਜਣਾ, ਤੁਹਾਡੇ ਘਰ ਵਿੱਚ ਮੈਂ ਵੀ ਤਾਂ ਸ਼ਾਮਲ ਹਾਂ ਬੀਜੀ, ਇਸ ਤੁਹਾਡੇ ਘਰ ਵਿੱਚ ਮੈਂ ਵੀ ਤਾਂ ਆਉਣੀ ਹਾਂ। ਬੀਜੀ, ਕਿਉਂ? ਤੂੰ ਕਾਹਤੋਂ ਸ਼ਾਮਲ ਆ ਉਸ ਘਰ ਵਿੱਚ? ਕੀ ਲੈ ਕੇ ਆਈ ਸੀ ਤੂੰ? ਟੁੱਟਾ ਭੱਜਾ ਦਾਜ? ਅਤੇ ਜੇ ਤੈਨੂੰ ਆਪਣੀ ਤਨਖਾਹ ਦਾ ਗੁਮਾਨ ਅਭਿਮਾਨ ਹੋਵੇ ਤਾਂ ਦੱਸਾਂ, ਉਸ ਦੇ ਨਾਲ ਤਾਂ ਘਰ ਦੇ ਨੌਕਰਾਂ ਅਤੇ ਡਰਾਈਵਰਾਂ ਦਾ ਖਰਚਾ ਨਹੀਂ ਨਿਕਲਦਾ। ਅਤੇ ਜੇ ਤੈਨੂੰ ਅਭਿਮਾਨ ਹੈ ਨਾ ਆਪਣੀ ਤਨਖਾਹ 'ਤੇ ਤੂੰ ਨੌਕਰੀ ਕਰਦੀ ਹੈ, ਤਾਂ ਤੈਨੂੰ ਇੱਕ ਗੱਲ ਸਪਸ਼ਟ ਕਰਦਾ ਕਿ ਤੇਰੀ ਤਨਖਾਹ ਨਾਲ ਤਾਂ ਘਰ ਦੇ ਜਿਹੜੇ ਨੌਕਰ ਹੈ, ਚਾਕਰ ਹੈ, ਡਰਾਈਵਰ ਹੈ, ਉਹਨਾਂ ਦੀ ਤਨਖਾਹ ਵੀ ਪੂਰੀ ਨਹੀਂ ਹੁੰਦੀ। ਸਿਰਜਣਾ, ਉਸ ਘਰ ਵਿੱਚ ਮੈਂ ਆਪਣੇ ਆਪ ਨੂੰ ਲੈ ਕੇ ਆਈ ਹਾਂ ਬੀਜੀ, ਪੂਰੇ ਤਨ ਨਾਲ, ਪੂਰੇ ਮਨ ਨਾਲ, ਕਿ ਮੇਰਾ ਕੋਈ ਮੁੱਲ ਨਹੀਂ ਮੇਰੇ ਤਨ ਦਾ, ਮੇਰੇ ਮਨ ਦਾ, ਮੇਰੀ ਹੋਂਦ ਦਾ। ਸਿਰਜਣਾ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਆਪ ਨੂੰ ਲੈ ਕੇ ਆਈ ਹਾਂ ਉਸ ਘਰ ਵਿੱਚ ਪੂਰੇ ਤਨ ਮਨ ਨਾਲ। ਕਿ ਹੋਂਦ ਦਾ ਮਤਲਬ ਕੀ ਹੈ? ਅਸਤਿਤਵ। ਕਿ ਮੇਰੇ ਅਸਤਿਤਵ ਦਾ, ਮੇਰੇ ਮਨ ਦਾ, ਮੇਰੇ ਹੋਂਦ ਦਾ ਕੋਈ ਅਰਥ ਨਹੀਂ ਹੈ, ਮੇਰੀ ਕੋਈ ਵੈਲਿਊ ਨਹੀਂ ਹੈ ਉੱਥੇ। ਬੀਜੀ, 3600 ਮਿਲਦੀਆਂ ਸੀ ਤੇਰੇ ਵਰਗੀਆਂ, ਨਾਲ ਮੋਟਰ ਕਾਰਾਂ, ਅਤੇ ਹੁਣ ਵੀ ਮਿਲ ਜਾਣਗੀਆਂ ਜੇ ਲੋੜ ਪਈ ਤਾਂ। ਤੇਰੇ ਵਰਗੀਆਂ ਬਥੇਰੀਆਂ ਮਿਲਦੀਆਂ ਸਨ, ਅਤੇ ਜੇ ਹੁਣ ਵੀ ਅਸੀਂ ਦੁਬਾਰਾ ਵਿਆਹ ਕਰੀਏ ਆਪਣੇ ਪੁੱਤਰ ਦਾ, ਤਾਂ ਸਾਨੂੰ ਨਾਲ ਮੋਟਰ ਕਾਰਾਂ ਵੀ ਮਿਲ ਜਾਣਗੀਆਂ। ਹੁਣ ਤੂੰ ਬਹੁਤਾ ਤਮਾਸ਼ਾ ਜਿਹਾ ਨਾ ਕਰਕੇ ਵਿਖਾ ਲੋਕਾਂ ਨੂੰ। ਜੇ ਜੰਮਣੀ ਹੈ ਇਹ ਤਾਂ ਤੁਰ ਜਾ ਆਪਣੇ ਪਿਓ ਦੇ ਘਰ, ਅਤੇ ਜੇ ਰਹਿਣਾ ਮੇਰੇ ਘਰ ਤਾਂ ਉਂਝ ਕਰ ਲੈ ਜਿਵੇਂ ਮੈਂ ਕਹਿੰਦੀ ਹਾਂ। ਜੇ ਸਾਡੇ ਘਰ ਰਹਿਣਾ ਹੈ ਤਾਂ ਮੇਰੀ ਗੱਲ ਮੰਨ, ਨਹੀਂ ਆਪਣੇ ਪਿਓ ਦੇ ਘਰ ਚਲੀ ਜਾ। ਹੁਣ ਸਿਰਜਣਾ ਆਪਣੇ ਆਪ ਨੂੰ ਸੰਭਾਲਦੀ ਹੈ। ਹੁਣ ਇਹ ਜ਼ੁਲਮ ਸਹਿਣਾ ਉਸ ਲਈ ਸੰਭਵ ਨਹੀਂ। ਹੁਣ ਉਹ ਆਪਣੇ ਮਨ ਨੂੰ ਤਿਆਰ ਕਰਦੀ ਹੈ, ਸੰਭਾਲਦੀ ਹੈ ਆਪਦੇ ਆਪ ਨੂੰ, ਅਤੇ ਉਹਨੂੰ ਲੱਗਦਾ ਹੈ ਕਿ ਉਹਨੇ ਇਹ ਜਿਹੜਾ ਅਤਿਆਚਾਰ ਹੈ ਸਹਿਣ ਨਹੀਂ ਕਰਨਾ। ਸਿਰਜਣਾ, ਪੂਰੇ ਹੌਸਲੇ ਅਤੇ ਮਾਣ ਨਾਲ, ਨਹੀਂ ਬੀਜੀ, ਅੱਗ ਬਗੋਲਾ ਹੋ ਕੇ, ਮਤਲਬ ਗੁੱਸੇ ਵਿੱਚ ਆ ਕੇ। ਸਿਰਜਣਾ, ਹਾਂ ਬੀਜੀ, ਜੇ ਤੁਹਾਡੇ ਪ੍ਰੋਪਰਟੀ ਕਲਚਰ ਵਿੱਚ ਮੁੱਲ ਸਿਰਫ ਔਰਤ ਦੀ ਕੁੱਖ ਨੂੰ ਲੱਗਣ ਵਾਲੇ ਫਲ ਦਾ ਹੈ, ਤਾਂ ਮੈਂ ਤੁਹਾਨੂੰ ਕਿਸੇ ਵੀ ਕੀਮਤ 'ਤੇ ਆਪਣੀ ਕੁੱਖ ਕਿਰਾਏ 'ਤੇ ਦੇਣ ਲਈ ਤਿਆਰ ਨਹੀਂ। ਨਾਲੇ ਤੁਸੀਂ ਸੁਣਿਆ ਨਹੀਂ, ਡਾਕਟਰ ਸਾਹਿਬ ਕਹਿ ਰਹੇ ਸਨ ਕਿ ਇੱਥੇ ਲਿੰਗ ਟੈਸਟ ਨਹੀਂ ਹੁੰਦਾ। ਫਿਰ ਵੀ ਕਿ ਅਗਰ ਤੁਹਾਡਾ ਕਲਚਰ ਇਹ ਕਹਿੰਦਾ ਹੈ ਕਿ ਤੁਹਾਨੂੰ ਸਿਰਫ ਪੁੱਤਰ ਜੰਮਣ ਲਈ ਜੋ ਹੈ ਇੱਕ ਔਰਤ ਦੀ ਕੁੱਖ ਚਾਹੀਦੀ ਹੈ ਕਿਰਾਏ 'ਤੇ, ਤਾਂ ਇਹ ਮੈਨੂੰ ਮਨਜ਼ੂਰ ਨਹੀਂ ਹੈ ਇਹ ਕੀਮਤ। ਤਾਂ ਨਾਲੇ ਡਾਕਟਰ ਸਾਹਿਬ ਵੀ ਕਹਿ ਰਹੇ ਹੈ ਕਿ ਇੱਥੇ ਇਹ ਅਲਟਰਾਸਾਊਂਡ ਵਿੱਚ ਇਹ ਦੱਸਣਗੇ ਹੀ ਨਹੀਂ, ਲਿੰਗ ਟੈਸਟ ਹੋਏਗੇ ਨਹੀਂ ਕਿ ਲੜਕਾ ਹੈ ਜਾਂ ਲੜਕੀ। ਤੁਹਾਨੂੰ ਲੱਗਦਾ ਬੀਜੀ ਕਿ ਮੇਰੀ ਹੋਣ ਦਾ ਕੋਈ ਮੁੱਲ ਨਹੀਂ, ਪਰ ਹੈ ਬੀਜੀ, ਘੱਟੋ ਘੱਟ ਮੇਰੀਆਂ ਨਜ਼ਰਾਂ ਵਿੱਚ, ਅਤੇ ਮੈਂ ਆਪਣੇ ਹੱਥੀਂ ਆਪਣੀ ਹੀ ਅਣਜੰਮੀ ਧੀ, ਜੇਕਰ ਧੀ ਹੈ ਤਾਂ ਮਾਰ ਕੇ ਆਪਣੀਆਂ ਹੀ ਨਜ਼ਰਾਂ ਵਿੱਚ ਆਪਣਾ ਮੁੱਲ ਨਹੀਂ ਘਟਾਉਣਾ ਚਾਹੁੰਦੀ ਬੀਜੀ। ਜਾਓ ਬੀਜੀ, ਤੁਹਾਡਾ ਘਰ ਛੱਡਿਆ, ਇਸ ਕਾਬਲ ਹਾਂ ਮੈਂ ਪਾਲ ਸਕਾਂ ਆਪਣੇ ਆਪ ਨੂੰ ਵੀ ਅਤੇ ਆਪਣੀਆਂ 2 ਧੀਆਂ ਨੂੰ ਵੀ। ਤਾਂ ਹਿੰਮਤ ਆ ਜਾਂਦੀ ਹੈ ਸਿਰਜਣਾ ਵਿੱਚ। ਉਹ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਮੈਂ ਆਪਣੀਆਂ ਹੀ ਨਜ਼ਰਾਂ ਵਿੱਚ ਆਪਣਾ ਮੁੱਲ ਨਹੀਂ ਘਟਾਉਣਾ ਚਾਹੁੰਦੀ, ਮੈਂ ਤੁਹਾਡਾ ਘਰ ਛੱਡ ਸਕਦੀ ਹਾਂ, ਪਰ ਅਗਰ ਜੇ ਇਹ ਦੂਜੀ ਵੀ ਧੀ ਹੈ ਤਾਂ ਮੈਂ ਇਹਨੂੰ ਮਾਰਨਾ ਨਹੀਂ ਚਾਹੁੰਦੀ, ਇਹਦਾ ਕਤਲ ਨਹੀਂ ਕਰਾਉਣਾ ਚਾਹੁੰਦੀ ਕੁੱਖ 'ਚ, ਅਤੇ ਮੈਂ ਆਪਣਾ ਮੁੱਲ ਵੀ ਘੱਟ ਨਹੀਂ ਕਰਨਾ ਚਾਹੁੰਦੀ, ਕਿਉਂਕਿ ਜੇ ਮੈਂ ਕੁੱਖ ਵਿੱਚ ਹੀ ਇਹਨੂੰ ਮਾਰ ਦਿੱਤਾ ਤਾਂ ਮੈਂ ਆਪਣੀਆਂ ਨਜ਼ਰਾਂ ਵਿੱਚੋਂ ਗਿਰ ਜਾਊਂਗੀ। ਮੇਰੇ 'ਚ ਇੰਨੀ ਯੋਗਤਾ ਹੈ, ਮੈਂ ਇੰਨੀ ਕਾਬਲ ਹਾਂ ਕਿ ਮੈਂ ਆਪਣੇ ਆਪ ਨੂੰ ਅਤੇ ਆਪਣੀਆਂ 2 ਧੀਆਂ ਨੂੰ ਪਾਲ ਸਕਦੀ ਹਾਂ। ਬੀਜੀ ਹੋਰ ਅੱਗ ਬਬੂਲਾ ਹੋ ਜਾਂਦੀ ਹੈ। ਮਾਸੀ ਘਬਰਾ ਕੇ, ਇਹ ਤੂੰ ਕੀ ਕਹਿੰਦੀ ਹੈ ਬੀਬੀਏ? ਮੈਂ ਘਰ ਪਰਿਵਾਰ ਤੋਂ ਬਾਹਰ ਹੋ ਕੇ ਇਸ ਸਮੱਸਿਆ ਦਾ ਹੱਲ ਹੋ ਜੂ ਭਲਾ? ਜੇ ਤੂੰ ਘਰ ਛੱਡ ਦੇਂਗੀ ਤਾਂ ਇਸ ਸਮੱਸਿਆ ਦਾ ਸਮਾਧਾਨ ਹੋ ਜਾਏਗਾ? ਸਿਰਜਣਾ, ਘਰ ਪਰਿਵਾਰ ਦੇ ਨਾਲ ਰਹਿ ਕੇ ਵੀ ਤਾਂ ਸਮੱਸਿਆ ਹੱਲ ਨਹੀਂ ਹੁੰਦੀ ਪਈ ਮਾਸੀ।
ਤੇ ਜੇ ਮੈਂ ਘਰ ਵਿੱਚ ਰਹਿੰਦੀ ਹਾਂ ਤਾਂ ਵੀ ਇਸ ਸਮੱਸਿਆ ਦਾ ਸਮਾਧਾਨ ਨਹੀਂ। ਡਾਕਟਰ, ਇਸ ਲਈ ਮਿਸਿਸ ਸਿਰਜਣਾ, ਕਿਉਂ ਇਹ ਸਮੱਸਿਆ ਸਿਰਫ ਤੁਹਾਡੀ ਨਹੀਂ, ਪੂਰੀ ਸੁਸਾਇਟੀ ਦੀ ਹੈ। ਆਪਾਂ ਇਕੱਲੇ ਸੁਸਾਇਟੀ ਨੂੰ ਨਹੀਂ ਬਦਲ ਸਕਦੇ, ਹੋਰਾਂ ਨੂੰ ਵੀ ਆਪਾਂ ਵਾਂਗ ਸੋਚਣਾ ਚਾਹੀਦਾ ਹੈ। ਤਾਂ ਡਾਕਟਰ ਵੀ ਉਸਦੀ ਹਾਂ 'ਚ ਹਾਂ ਮਿਲਾਉਂਦੀ ਹੈ ਤੇ ਕਹਿੰਦੀ ਹੈ ਕਿ ਇਹ ਸਮੱਸਿਆ ਤੁਹਾਡੀ ਸਿਰਫ ਇੱਕ ਜਣੇ ਦੀ ਨਹੀਂ, ਇਹ ਪੂਰੀ ਸੁਸਾਇਟੀ ਦੀ, ਪੂਰੇ ਸਮਾਜ ਦੀ ਹੈ। ਇੱਕ ਜਣਾ ਸਮਾਜ ਨੂੰ ਨਹੀਂ ਬਦਲ ਸਕਦਾ। ਜੀ ਸੋਚ ਤੁਹਾਡੀ ਹੈ, ਉਹ ਜੀ ਸੋਚ ਹੋਰ ਲੋਕਾਂ ਦੀ ਵੀ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਸਮਾਜ ਨੂੰ ਬਦਲ ਸਕਦੇ ਹਾਂ। ਸਿਰਜਣਾ, ਮੈਂ ਕੁਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਡਾਕਟਰ ਸਾਹਿਬ, ਮੈਂ ਤਾਂ ਸਗੋਂ ਆਪਣੇ ਆਪ ਨੂੰ ਬਦਲੇ ਜਾਣ ਤੋਂ ਬਚਾ ਰਹੀ ਹਾਂ। ਮੈਂ ਤਾਂ ਆਪਣੇ ਆਪ ਨੂੰ ਬਦਲੇ ਜਾਣ ਤੋਂ ਬਚਾ ਰਹੀ ਹਾਂ। ਮੇਰਾ ਕਰਮ ਹੈ ਉਸ ਦੀ ਸਿਰਜਣਾ, ਤੇ ਮੈਂ ਕਿਵੇਂ ਆਪਣੇ ਹੱਥੀਂ ਆਪਣੀ ਸਿਰਜਣਾ ਨੂੰ ਕਤਲ ਕਰਕੇ ਮਾਂ ਤੋਂ ਡੈਣ ਹੋ ਜਾਵਾਂ। ਤਾਂ ਸਿਰਜਣਾ ਕਹਿੰਦੀ ਕਿ ਮੈਂ ਕੋਈ ਵਿਸ਼ੇਸ਼ ਕੰਮ ਨਹੀਂ ਕਰ ਰਹੀ, ਮੈਂ ਤਾਂ ਸਿਰਫ ਆਪਣਾ ਕਰਮ ਕਰ ਰਹੀ ਹਾਂ। ਮੇਰਾ ਕਰਮ ਕੀ ਹੈ ਕਿ ਮੈਂ ਆਪਣੇ ਹੱਥਾਂ ਨਾਲ ਆਪਣੀ ਹੀ ਸਿਰਜਣਾ ਨੂੰ, ਮਤਲਬ ਜੋ ਮੈਂ ਨਿਰਮਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਉਹਦਾ ਕਤਲ ਕਰਕੇ, ਉਹਨੂੰ ਮਾਰ ਕੇ ਇੱਕ ਮਾਂ ਤੋਂ ਇੱਕ ਡੈਣ, ਮਤਲਬ ਡਾਇਨ ਕਿਵੇਂ ਬਣ ਜਾਵਾਂ। ਬੀਜੀ, ਇਕੱਲੀ ਰਹਿ ਜਾਏਂਗੀ, ਇਕੱਲੀ। ਸਿਰਜਣਾ, ਇਕੱਲੀ ਤਾਂ ਮੈਂ ਸੀ ਬੀਜੀ ਹੁਣ ਤੱਕ। ਹੁਣ ਤਾਂ ਮੇਰੇ ਨਾਲ ਆਪਣੀ ਕੁੱਖ 'ਤੇ ਹੱਥ ਰੱਖ ਕੇ ਮੇਰੀ ਸਿਰਜਣਾ, ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ 'ਤੇ ਪੁੰਗਰੇਗੀ। ਇਹ ਰੁੱਖ ਦੇ ਰੂਪ ਵਿੱਚ, ਵ੍ਰਿਕਸ਼ ਦੇ ਰੂਪ ਵਿੱਚ ਦੁਨੀਆ 'ਤੇ ਆਏਗੀ, ਪੁੰਗਰੇਗੀ, ਫਲੇਗੀ, ਫੁੱਲੇਗੀ, ਮੌਲੇਗੀ ਅਤੇ ਅਸਮਾਨ ਤੱਕ ਉੱਚਾ ਉੱਠੇਗੀ। ਇਹ ਵਧੇਗੀ ਔਰ ਅਸਮਾਨ ਤੱਕ ਇਹਦੀ ਪਹੁੰਚ ਹੋਏਗੀ। ਫਿਰ ਲੋਕ ਸਿਰਜਣਾਵਾਂ ਕਰਕੇ ਸ਼ਰਮਿੰਦਾ ਨਹੀਂ ਹੋਣਗੇ, ਅਤੇ ਲੋਕ ਧੀਆਂ ਨੂੰ ਪੈਦਾ ਕਰਕੇ ਸ਼ਰਮਿੰਦਾ ਨਹੀਂ ਹੋਣਗੇ, ਸਗੋਂ ਉਹਨਾਂ 'ਤੇ ਮਾਣ ਮਹਿਸੂਸ ਕਰਨਗੇ। ਫਿਰ ਕਦੇ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਏਗੀ। ਅਤੇ ਜੇ ਅਜਿਹੀ ਸੋਚ ਰਹੀ ਤਾਂ ਕੋਈ ਵੀ ਧੀਆਂ ਨੂੰ ਕੁੱਖ ਵਿੱਚ ਨਹੀਂ ਮਾਰੇਗਾ, ਕੋਈ ਵੀ ਨਿਰਮਾਣ ਨੂੰ। ਸਿਰਜਣਾ ਉਹ ਕਿਉਂ ਕਹਿ ਰਹੀ ਹੈ? ਕਿਉਂਕਿ ਸਿਰਜਣਾ ਦਾ ਅਰਥ ਨਿਰਮਾਣ ਹੈ, ਰਚਨਾ ਕਰਨਾ। ਤਾਂ ਉਹ ਰਚਨਾ ਕੌਣ ਹੈ? ਇੱਕ ਧੀ ਹੈ। ਇਸ ਕਰਕੇ ਕੋਈ ਵੀ ਧੀਆਂ ਨੂੰ ਕੁੱਖ ਵਿੱਚ ਕਤਲ ਨਹੀਂ ਕਰੇਗਾ। ਇੱਕ ਪਲ ਹੋਰ ਖਾਮੋਸ਼ ਹੋ ਜਾਂਦਾ ਹੈ। ਇੱਕ ਪਲ ਹਰ ਕੋਈ ਖਾਮੋਸ਼ ਹੋ ਜਾਂਦਾ ਹੈ, ਹਰ ਕੋਈ ਉਦਾਸ। ਸਿਰਜਣਾ ਆਪਣਾ ਬੈਗ ਚੁੱਕ ਕੇ ਜਾਣ ਲਈ ਦਰਵਾਜ਼ਾ ਖੋਲ੍ਹਦੀ ਹੈ ਕਿ ਸਾਹਮਣੇ ਕੁਲਦੀਪ ਖੜ੍ਹਾ ਹੈ, ਉਸਦੇ ਚਿਹਰੇ 'ਤੇ ਮੁਸਕਾਨ ਹੈ। ਬੀਜੀ ਖੁਸ਼ ਹੋ ਕੇ, ਦੀਪੇ ਤੂੰ ਆ ਵੇਖ ਲੈ ਪੁੱਤ, ਕੀ ਤਮਾਸ਼ਾ ਕਰੀ ਜਾਂਦੀ ਆ ਲੋਕਾਂ ਸਾਹਮਣੇ। ਉਹ ਜਲੂਸ ਕੱਢਿਆ ਅੱਜ ਇਸਨੇ ਮੇਰਾ ਕਿ ਦੱਸ ਨਹੀਂ ਸਕਦੀ ਤੈਨੂੰ ਮੈਂ। ਸਿਰਜਣਾ, ਸੌਰੀ ਦੀਪ, ਮੈਂ ਆਵਾਜ਼। ਤੂੰ ਕਿਉਂ ਸੌਰੀ ਫੀਲ ਕਰਦੀ ਹੈ? ਸਿਰਜਣਾ, ਆਵਾਜ਼ ਮਤਲਬ ਦੀਪਾ, ਉਹਦੇ ਘਰ ਵਾਲਾ। ਸੌਰੀ, ਮੈਨੂੰ ਮਹਿਸੂਸ ਕਰਨੀ ਚਾਹੀਦੀ ਹੈ। ਜੋ ਫੈਸਲਾ ਮੈਨੂੰ ਕਰਨਾ ਚਾਹੀਦਾ ਸੀ ਉਹ ਤੈਨੂੰ ਕਰਨਾ ਪਿਆ। ਇੱਕ ਪਿਤਾ ਹੋਣ ਦੇ ਨਾਤੇ ਜੋ ਡਿਸੀਜ਼ਨ ਮੈਨੂੰ ਲੈਣਾ ਚਾਹੀਦਾ ਸੀ ਤੂੰ ਲਿੱਤਾ। ਸਿਰਜਣਾ, ਜਿਵੇਂ ਵਿਸ਼ਵਾਸ ਨਹੀਂ ਸੀ ਹੋ ਰਿਹਾ, ਯਾਨੀ ਕਿ ਦੀਪ ਵੀ ਮੇਰੇ ਨਾਲ ਹੈ। ਆਵਾਜ਼, ਹਾਂ ਸਿਰਜਣ, ਤੂੰ ਜੋ ਕੀਤਾ ਬਿਲਕੁਲ ਠੀਕ ਕੀਤਾ। ਜੇ ਤੂੰ ਵੀ ਉਹ ਕਰ ਲੈਂਦੀ ਜੋ ਸਾਰੇ ਕਰਦੇ ਨੇ ਤਾਂ ਫਿਰ ਤੂੰ ਵੀ ਇੱਕ ਆਮ ਔਰਤ ਹੁੰਦੀ। ਮੈਨੂੰ ਖੁਸ਼ੀ ਹੈ ਮੇਰੀ ਜੀਵਨ ਸਾਥਣ ਕੋਈ ਆਮ ਔਰਤ ਨਹੀਂ। ਸਿਰਜਣਾ, ਹੁਣ ਖੁਸ਼ੀ ਭਰੇ ਹੰਝੂਆਂ ਨਾਲ ਉਹ ਦੀਪ। ਬੀਜੀ ਕੜਕ ਕੇ, ਗੁੱਸੇ ਨਾਲ, ਦੀਪੇ ਇਹ ਕੀ ਕਹਿ ਰਿਹਾ ਹੈ ਤੂੰ? ਆਵਾਜ਼, ਇਹੀ ਬੀਜੀ ਕਿ ਸਿਰਜਣਾ ਸਕੈਨਿੰਗ ਨਹੀਂ ਕਰਾਏਗੀ। ਉਹ ਜੋ ਵੀ ਹੈ ਅਸੀਂ ਰੱਖਣ ਜਾ ਰਹੇ ਹਾਂ। ਜੋ ਆਉਣ ਵਾਲਾ ਜੀਵ ਹੈ ਅਸੀਂ ਉਹਨੂੰ ਰੱਖਾਂਗੇ, ਮਾਰਦੇ ਨਹੀਂ। ਬੀਜੀ, ਪਰ ਪੁੱਤ ਪੂਰੇ 40 ਕਿੱਲੇ ਪੈਲੀ ਆ ਅਤੇ ਜ਼ਮੀਨ ਜੋ 40 ਕਿੱਲੇ। ਆਵਾਜ਼, ਕਿੱਲੇ ਵੀ ਸਾਂਭੇ ਜਾਣਗੇ, ਸਾਨੂੰ ਕੋਈ ਫਰਕ ਨਹੀਂ ਬੀਜੀ। ਦੀਪ ਤੇ ਸਿਰਜਣਾ ਕਲੀਨਿਕ ਤੋਂ ਬਾਹਰ ਨਿਕਲਦੇ ਹਨ। ਬੀਜੀ ਦੇਖਦੇ ਰਹਿ ਜਾਂਦੇ ਹਨ। ਮਾਸੀ ਬਹੁਤ ਖੁਸ਼ ਹੈ ਅਤੇ ਡਾਕਟਰ ਨੂੰ ਬਾਹਰੋਂ ਠੰਡੀ ਹਵਾ ਆਉਂਦੀ ਮਹਿਸੂਸ ਹੋਣ ਲੱਗਦੀ ਹੈ। ਇਸ ਡਿਸੀਜ਼ਨ ਨਾਲ, ਇਸ ਫੈਸਲੇ ਨਾਲ, ਇਹ ਫੈਸਲਾ ਲੈ ਕੇ ਦੀਪ ਤੇ ਸਿਰਜਣਾ ਕਲੀਨਿਕ ਤੋਂ ਬਾਹਰ ਚਲੇ ਜਾਂਦੇ ਹੈ। ਸੱਸ ਉਹਦੀ ਵੇਖਦੀ ਰਹਿ ਜਾਂਦੀ ਹੈ ਕਿ ਇਹ ਕੀ ਹੋਇਆ। ਮਾਸੀ ਉਹਨਾਂ ਦੇ ਫੈਸਲੇ 'ਤੇ ਖੁਸ਼ ਹੈ ਅਤੇ ਡਾਕਟਰ ਨੂੰ ਨਾ ਇਹ ਮਹਿਸੂਸ ਹੁੰਦਾ ਜਿਵੇਂ ਬਾਹਰੋਂ ਠੰਡੀ ਹਵਾ ਆਉਂਦੀ ਹੈ, ਭਾਵ ਇੱਕ ਸਕੂਨ ਜਿਹਾ ਮਹਿਸੂਸ ਹੁੰਦਾ ਹੈ। ਤਾਂ ਜ਼ਰੂਰਤ ਕੀ ਹੈ? ਸਿਰਜਣਾ ਵਰਗੇ ਲੋਕਾਂ ਦੀ ਜ਼ਰੂਰਤ ਹੈ ਜੋ ਇਸ ਤਰ੍ਹਾਂ ਦੇ ਫੈਸਲੇ ਲੈ ਸਕਣ। ਧੀਆਂ ਨੂੰ ਜਨਮ ਦੇਣ ਦਾ ਫੈਸਲਾ, ਨਾ ਕਿ ਕੁੱਖ ਵਿੱਚ ਕਤਲ ਕਰਨ ਦਾ। ਬੇਟਾ ਮੈਨੂੰ ਉਮੀਦ ਹੈ ਤੁਹਾਨੂੰ ਇਹ ਇਕਾਂਗੀ ਸਮਝ ਆਈ ਹੋਵੇਗੀ। ਧੰਨਵਾਦ।